Good morning students. Welcome to GTV College for Women, ਲੇਲ ਖੁਰਦ। ਪਿਆਰੇ ਵਿਦਿਆਰਥੀਓ, ਫਿਜ਼ੀਕਲ ਐਜੂਕੇਸ਼ਨ ਦਾ ਆਪਣਾ ਇਹ ਲੈਕਚਰ ਹੈ। +1 ਦੇ ਸਾਰੇ ਵਿਦਿਆਰਥੀਆਂ ਦਾ GTV ਕਾਲਜ ਦੇ ਵਿੱਚ ਬਹੁਤ ਸਵਾਗਤ ਹੈ। ਇਸ ਮਹਾਮਾਰੀ ਦੇ ਦੌਰਾਨ ਅਸੀਂ ਜੋ ਵੀ ਸਿੱਖਿਆ ਤੁਹਾਨੂੰ ਪ੍ਰੋਵਾਈਡ ਕਰ ਰਹੇ ਹਾਂ, ਉਮੀਦ ਹੈ ਕਿ ਤੁਹਾਨੂੰ ਵਧੀਆ ਸਮਝ ਵੀ ਆ ਰਹੀ ਹੋਏਗੀ ਅਤੇ ਤੁਸੀਂ ਸਾਡਾ ਪੂਰਾ ਸਹਿਯੋਗ ਵੀ ਦਿਓਗੇ। ਸੋ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਇਆਂ ਆਪਾਂ ਆਪਣੇ ਵਿਸ਼ੇ 'ਤੇ ਆਉਂਦੇ ਹਾਂ। ਠੀਕ ਹੈ ਜੀ। ਫਿਜ਼ੀਕਲ ਐਜੂਕੇਸ਼ਨ ਮਤਲਬ ਸਰੀਰਕ ਸਿੱਖਿਆ। ਸਰੀਰਕ ਸਿੱਖਿਆ ਮਤਲਬ ਸਰੀਰ ਦੇ ਨਾਲ ਸੰਬੰਧਿਤ ਗਿਆਨ ਦੀ ਸਿੱਖਿਆ। ਸੋ ਇਸ ਦੇ ਵਿੱਚ ਤੁਹਾਡਾ ਸਭ ਤੋਂ ਪਹਿਲਾ ਚੈਪਟਰ ਹੈਗਾ ਸਿਹਤ ਸਿੱਖਿਆ, ਵੀ ਸਿਹਤ ਦੇ ਨਾਲ ਸੰਬੰਧਿਤ ਸਿੱਖਿਆ। ਕਹਿੰਦੇ ਸਿਹਤ ਕੀ ਹੈ? ਕਹਿੰਦੇ ਉਹ ਗਿਆਨ ਜਿਹੜਾ ਉੱਚੀ ਪੱਧਰ ਦੀ ਸਿਹਤ ਨੂੰ ਬਣਾਏ ਰੱਖਣ ਦੇ ਲਈ ਜ਼ਰੂਰੀ ਹੈ। ਕਹਿਣ ਦਾ ਮਤਲਬ ਸਿਹਤ ਨੂੰ ਬਣਾਉਣ ਦੇ ਲਈ ਜੋ ਵੀ ਗਿਆਨ ਆਪਾਂ ਨੇ ਪ੍ਰਾਪਤ ਕਰਨਾ ਹੈ ਉਸ ਨੂੰ ਆਪਾਂ ਸਿਹਤ ਸਿੱਖਿਆ ਕਹਿ ਦਿੰਦੇ ਹਾਂ। ਕਹਿੰਦੇ ਲੋਕਾਂ ਦੀ ਸਿਹਤ ਦਾ ਪੱਧਰ ਉੱਚਾ ਕਰਨਾ ਅਤੇ ਸਰੀਰਕ ਵਿਕਾਸ ਦੇ ਵਿੱਚ ਵਾਧਾ ਕਰਨਾ ਹੀ ਸਿਹਤ ਸਿੱਖਿਆ ਦਾ ਕੀ ਹੈ? ਉਦੇਸ਼ ਹੈ। ਜੇਕਰ ਆਪਾਂ ਨੂੰ ਇਸ ਦੀ ਜਾਣਕਾਰੀ ਹੋਵੇਗੀ ਤਾਂ ਹੀ ਆਪਾਂ ਆਪਣੀ ਜੋ ਸਿਹਤ ਹੈ ਉਸ ਨੂੰ ਵਧੀਆ ਬਣਾ ਸਕਾਂਗੇ। ਸੋ ਆਓ ਆਪਾਂ ਇਸ ਦੇ ਬਾਰੇ ਜਾਣਕਾਰੀ ਪ੍ਰਾਪਤ ਕਰਦੇ ਹਾਂ। ਤੁਹਾਡਾ ਪਹਿਲਾ ਚੈਪਟਰ ਹੈ ਸਿਹਤ ਸਿੱਖਿਆ। ਠੀਕ ਹੈ ਜੀ। ਕਹਿੰਦੇ ਸਿਹਤ ਸਿੱਖਿਆ ਮਨੁੱਖ ਦਾ ਗਿਆਨ ਹੈ ਜਿਹੜਾ ਉਸ ਨੂੰ ਉੱਚੀ ਪੱਧਰ ਦੀ ਸਿਹਤ ਬਣਾਏ ਰੱਖਣ ਦੇ ਲਈ ਗਿਆਨ ਪ੍ਰਦਾਨ ਕਰਦਾ ਹੈ ਅਤੇ ਚੰਗੀ ਸਿਹਤ ਦਾ ਉਦੇਸ਼ ਕੀ ਹੈ? ਪੂਰਨ ਹੋ ਜਾਂਦਾ ਹੈ। ਕਹਿੰਦੇ ਸਿਹਤ ਸਿੱਖਿਆ ਭਾਵ ਉਹ ਗਿਆਨ ਹੈ ਜਿਸ ਨੂੰ ਪੜ੍ਹ ਕੇ ਵਿਅਕਤੀ, ਜਿਸ ਨੂੰ ਜਾਣ ਕੇ ਵਿਅਕਤੀ ਆਪਣੀ ਜਿਹੜੀ ਸਿਹਤ ਹੈ ਉਸ ਨੂੰ ਵਧੀਆ ਬਣਾਉਂਦਾ ਹੈ ਅਤੇ ਜਿਸ ਦੇ ਨਾਲ ਉਸਦੀ ਜੋ ਚੰਗੀ ਸਿਹਤ ਹੈ ਉਸ ਨੂੰ ਬਣਾਉਣ ਦਾ ਜਿਹੜਾ ਉਸਦਾ ਉਦੇਸ਼ ਹੁੰਦਾ ਹੈ ਉਹ ਪੂਰਨ ਹੋ ਜਾਂਦਾ ਹੈ। ਜਿਸ ਦੇ ਨਤੀਜੇ ਵਜੋਂ ਕਹਿੰਦੇ ਮਨੁੱਖ ਤੰਦਰੁਸਤ ਅਤੇ ਸਿਹਤਮੰਦ ਖੁਸ਼ੀਆਂ ਭਰੀ ਜ਼ਿੰਦਗੀ ਦਾ ਆਨੰਦ ਮਾਣਨ ਦੇ ਯੋਗ ਹੋ ਜਾਂਦਾ ਹੈ। ਕਹਿਣ ਦਾ ਮਤਲਬ ਜ਼ਿੰਦਗੀ ਵੀ ਤਾਂ ਹੀ ਵਧੀਆ ਲੱਗਦੀ ਹੈ, ਕੋਈ ਵੀ ਚੀਜ਼ ਤਾਂ ਹੀ ਵਧੀਆ ਲੱਗਦੀ ਹੈ ਜੇਕਰ ਆਪਣਾ ਸਰੀਰ ਸਿਹਤਮੰਦ ਹੋਵੇਗਾ ਅਤੇ ਤੰਦਰੁਸਤ ਹੋਵੇਗਾ। ਜੇ ਸਰੀਰ ਤੰਦਰੁਸਤ ਹੈ ਤਾਂ ਹਰ ਚੀਜ਼ ਵਧੀਆ ਲੱਗਦੀ ਹੈ। ਜੇ ਸਰੀਰ ਹੀ ਤੰਦਰੁਸਤ ਨਹੀਂ ਹੈ ਤਾਂ ਭਾਵੇਂ ਕੁਛ ਵੀ ਹੈ ਆਪਾਂ ਨੂੰ ਕੋਈ ਵੀ ਚੀਜ਼ ਚੰਗੀ ਨਹੀਂ ਲੱਗਦੀ। ਕਹਿੰਦੇ ਇਸ ਤਰ੍ਹਾਂ ਜਿਸ ਦੇ ਨਤੀਜੇ ਵਜੋਂ ਮਨੁੱਖ ਤੰਦਰੁਸਤ ਅਤੇ ਸਿਹਤਮੰਦ ਖੁਸ਼ੀ ਭਰਿਆ ਜੀਵਨ ਜੀਣ ਅਤੇ ਆਨੰਦ ਮਾਣਨ ਦੇ ਯੋਗ ਹੋ ਜਾਂਦਾ ਹੈ, ਜਿਸ ਨਾਲ ਹਰ ਪੱਖ ਤੋਂ ਕੀ ਹੁੰਦਾ ਉਸਦਾ ਵਿਕਾਸ ਹੁੰਦਾ ਹੈ। ਕਹਿੰਦੇ ਇਸ ਤਰ੍ਹਾਂ ਮਨੁੱਖ ਆਪਣੇ ਇੱਕਸਾਰ ਵਿਕਾਸ ਦੇ ਨਾਲ ਦੁਨੀਆ ਦੀਆਂ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਤੋਂ ਮੁਕਤ ਹੋ ਕੇ ਸ਼ਾਂਤਮਈ ਅਤੇ ਖੁਸ਼ੀਆਂ ਭਰੇ ਜੀਵਨ ਦਾ ਆਨੰਦ ਮਾਣਦਾ ਹੈ। ਕਹਿੰਦੇ ਸਿਹਤ ਸਿੱਖਿਆ ਆਪਣੀ ਸਿਹਤ ਦੀ ਹਿਫਾਜ਼ਤ ਦੇ ਲਈ ਹਦਾਇਤਾਂ ਦਾ ਗਿਆਨ ਪ੍ਰਦਾਨ ਕਰਦੀ ਹੈ। ਕਹਿਣ ਦਾ ਭਾਵ ਜੇਕਰ ਆਪਾਂ ਨੂੰ ਸਿਹਤ ਦੀ ਸਿੱਖਿਆ ਦਿੱਤੀ ਜਾ ਰਹੀ ਹੈ ਤਾਂ ਉਸ ਦੇ ਵਿੱਚ ਆਪਾਂ ਨੂੰ ਸਿਹਤ ਨਾਲ ਸੰਬੰਧਿਤ ਗੱਲਾਂ ਦਾ ਗਿਆਨ ਮਿਲੂਗਾ। ਉਸ ਦੇ ਵਿੱਚ ਆਪਾਂ ਨੂੰ ਪਤਾ ਲੱਗੂਗਾ ਕਿ ਆਪਾਂ ਨੂੰ ਆਪਣੀ ਸਿਹਤ ਦਾ ਧਿਆਨ ਕਿਵੇਂ ਰੱਖਣਾ ਚਾਹੀਦਾ ਹੈ, ਸਿਹਤ ਨੂੰ ਵਧੀਆ ਬਣਾਉਣ ਦੇ ਲਈ ਕੀ ਹਦਾਇਤਾਂ ਦੀ ਪਾਲਣਾ ਕਰਨੀ ਚਾਹੀਦੀ ਹੈ, ਕਿਹੜੀਆਂ ਚੀਜ਼ਾਂ ਨੇ ਸਾਨੂੰ ਖਾਣੀਆਂ ਚਾਹੀਦੀਆਂ ਨੇ ਜਾਂ ਸਰੀਰ ਨੂੰ ਕਿਸ ਤਰ੍ਹਾਂ ਤੰਦਰੁਸਤ ਰੱਖਣਾ ਚਾਹੀਦਾ ਹੈ। ਕਹਿੰਦੇ ਜਿਵੇਂ ਸਾਨੂੰ ਸਿਹਤ ਠੀਕ ਰੱਖਣ ਦੇ ਲਈ ਆਪਣੇ ਸਰੀਰ ਨੂੰ ਨਿਯਮ ਪੂਰਵਕ ਸਫਾਈ ਰੱਖਣਾ, ਜਿਵੇਂ ਹਰ ਰੋਜ਼ ਦੰਦ ਸਾਫ਼ ਕਰਨਾ, ਇਸ਼ਨਾਨ ਕਰਨਾ, ਅੱਖਾਂ ਨੂੰ ਸਾਫ਼ ਪਾਣੀ ਦੇ ਨਾਲ ਧੋਣਾ ਅਤੇ ਬਿਸਤਰ ਸਾਫ਼ ਰੱਖਣੀ। ਕਹਿੰਦੇ ਰਾਤ ਨੂੰ ਸੌਣ ਵੇਲੇ ਸਿਰ ਸੌਣਾ ਅਤੇ ਸਵੇਰੇ ਵੇਲੇ ਸਿਰ ਉੱਠਣਾ। ਜਿਵੇਂ ਇਹ ਇੱਕ ਕਹਾਵਤ ਹੈ ਕਿ ਵੇਲੇ ਸਿਰ ਉੱਠਣਾ ਅਤੇ ਵੇਲੇ ਸਿਰ ਸੌਣਾ ਇਹ ਚੰਗੀ ਆਦਤ ਵਿਅਕਤੀ ਨੂੰ ਸਿਹਤਮੰਦ ਅਤੇ ਧਨਵਾਨ ਅਤੇ ਸਿਆਣਾ ਬਣਾਉਂਦੀ ਹੈ। ਅੰਗਰੇਜ਼ੀ ਦੇ ਵਿੱਚ ਦੇਖੋ ਇਹ ਕਹਾਵਤ ਹੈ ਅਰਲੀ ਟੂ ਬੈਡ ਅਰਲੀ ਟੂ ਰਾਈਸ ਮੇਕਸ ਏ ਮੈਨ ਹੈਲਦੀ ਵੈਲਦੀ ਐਂਡ ਵਾਈਸ। ਸੋ ਕਹਿੰਦੇ ਵੇਲੇ ਸਿਰ ਉੱਠੋ, ਵੇਲੇ ਸਿਰ ਸੋ। ਇਹੀ ਆਦਤ ਕੀ ਹੈ? ਇਸੇ ਆਦਤ ਦੇ ਨਾਲ ਇੱਕ ਤਾਂ ਵਿਅਕਤੀ ਦੀ ਸਿਹਤ ਵਧੀਆ ਰਹਿੰਦੀ ਹੈ, ਸਿਹਤ ਦੇ ਪੱਖੋਂ ਉਹ ਧਨਵਾਨ ਹੁੰਦਾ ਹੈ ਅਤੇ ਸਿਆਣਾ ਵੀ ਬਣਾਉਂਦਾ ਹੈ। ਠੀਕ ਹੈ ਜੀ। ਅਤੇ ਇਸ ਦੇ ਨਾਲ ਕੀ ਹੈ ਵਿਅਕਤੀ ਦਾ ਜਿਹੜਾ ਮਾਈਂਡ ਹੈ ਉਹ ਵੀ ਫਰੈਸ਼ ਰਹਿੰਦਾ ਹੈ। ਸੋ ਆਓ ਹੁਣ ਆਪਾਂ ਸਿਹਤ ਸਿੱਖਿਆ ਦੀਆਂ ਜਿਹੜੀ ਪਰਿਭਾਸ਼ਾਵਾਂ ਹਨ ਉਹਨਾਂ ਦੀ ਚਰਚਾ ਕਰਦੇ ਹਾਂ। ਸਿਹਤ ਸਿੱਖਿਆ ਦੀਆਂ ਪਰਿਭਾਸ਼ਾਵਾਂ।
ਕਹਿੰਦੇ ਸਿਹਤ ਸਿੱਖਿਆ ਡਾਕਟਰ ਥਾਮਸ ਵੁੱਡ ਦੇ ਸ਼ਬਦਾਂ ਦੇ ਵਿੱਚ ਸਿਹਤ ਸਿੱਖਿਆ ਉਹਨਾਂ ਅਨੁਭਵਾਂ ਦਾ ਜੋੜ ਹੈ ਜਿਹੜੇ ਵਿਅਕਤੀ ਸਮੁਦਾਇ ਤੇ ਸਮਾਜਿਕ ਸਿਹਤ ਦੇ ਨਾਲ ਸੰਬੰਧਿਤ ਆਦਤਾਂ ਅਤੇ ਪ੍ਰਵਿਰਤੀਆਂ ਨੂੰ ਅਤੇ ਗਿਆਨ ਨੂੰ ਸਹੀ ਰੂਪ ਵਿੱਚ ਪ੍ਰਭਾਵਿਤ ਕਰਦੇ ਹਨ। ਸੋ ਐਕਸਫੋਰਡ ਡਿਕਸ਼ਨਰੀ ਦੇ ਅਨੁਸਾਰ ਕਹਿੰਦੇ ਸਿਹਤ ਤੋਂ ਭਾਵ ਸਰੀਰ ਜਾਂ ਮਨ ਦੀ ਨਿਰੋਗਤਾ। ਕਹਿੰਦੇ ਸਰੀਰ ਵੀ ਨਿਰੋਗ ਹੋਵੇ ਤੇ ਮਨ ਵੀ ਨਿਰੋਗ ਹੋਵੇ। ਕਹਿੰਦੇ ਇਹ ਉਹ ਸਥਿਤੀ ਹੈ ਜਿਸ ਦੇ ਵਿੱਚ ਸਰੀਰ ਅਤੇ ਮਨ ਦੇ ਕੰਮ ਸੰਪੂਰਨ ਅਤੇ ਵਧੀਆ ਢੰਗ ਦੇ ਨਾਲ ਕੀ ਹਨ, ਉਹ ਸਿਰੇ ਚੜ੍ਹਦੇ ਨੇ। ਕਹਿਣ ਦਾ ਮਤਲਬ ਜੇਕਰ ਸਰੀਰ ਨਿਰੋਗ ਹੋਵੇਗਾ, ਮਨ ਵੀ ਨਿਰੋਗ ਹੋਵੇਗਾ ਤਾਂ ਹਰ ਕੰਮ ਨੂੰ ਆਪਾਂ ਵਧੀਆ ਤਰੀਕੇ ਦੇ ਨਾਲ ਸਿਰੇ ਚੜ੍ਹਾ ਸਕਦੇ ਹਾਂ। ਠੀਕ ਹੈ ਜੀ। ਸੋ ਨੈਕਸਟ ਹੈ ਕਹਿੰਦੇ ਵਿਸ਼ਵ ਸਿਹਤ ਸੰਗਠਨ WHO। ਇਹ ਇੱਕ ਸੰਗਠਨ ਹੈ। ਕਹਿੰਦੇ ਇਸ ਨੇ 1984 ਦੇ ਵਿੱਚ ਸਿਹਤ ਦੀ ਪਰਿਭਾਸ਼ਾ ਇਸ ਪ੍ਰਕਾਰ ਦਿੱਤੀ ਕਿ ਸਰੀਰ ਕੇਵਲ ਰੋਗ ਅਤੇ ਨਿਰਬਲਤਾ ਤੋਂ ਹੀ ਮੁਕਤ ਨਾ ਹੋਵੇ, ਸਗੋਂ ਉਸ ਦੀਆਂ ਮਾਨਸਿਕ ਅਤੇ ਭਾਵਨਾਤਮਕ ਸ਼ਕਤੀਆਂ ਦਾ ਵੀ ਪੂਰਨ ਵਿਕਾਸ ਹੋਵੇ ਅਤੇ ਨਾਲ ਹੀ ਸਮਾਜਿਕ ਰੂਪ ਤੋਂ ਉਹ ਇੱਕ ਕੁਸ਼ਲ ਵਿਅਕਤੀ ਵੀ ਹੋਵੇ। ਕਹਿਣ ਦਾ ਮਤਲਬ ਕਿ ਵਿਅਕਤੀ ਸਰੀਰਕ ਤੌਰ 'ਤੇ ਭਾਵਨਾਤਮਕ ਤੌਰ 'ਤੇ ਵੀ ਵਧੀਆ ਹੋਣਾ ਚਾਹੀਦਾ ਹੈ, ਪੂਰਨ ਵਿਕਸਿਤ ਹੈ ਜਿਹੜਾ ਉਹ ਹੋਣਾ ਚਾਹੀਦਾ ਹੈ। ਕਹਿੰਦੇ ਸਿਹਤ ਐਨਸਾਈਕਲੋਪੀਡੀਆ ਦੇ ਅਨੁਸਾਰ ਕਹਿੰਦੇ ਇਹ ਇੱਕ ਉਹ ਸਥਿਤੀ ਹੈ ਜਿਸ ਦੇ ਵਿੱਚ ਮਨੁੱਖ ਆਪਣੇ ਬੌਧਿਕ ਵਿਕਾਸ ਅਤੇ ਭਾਵਨਾਤਮਕ ਵਿਸ਼ੇਸ਼ਤਾਵਾਂ ਦੇ ਦੁਆਰਾ ਆਪਣੀ ਰੋਜ਼ਾਨਾ ਜ਼ਿੰਦਗੀ ਨੂੰ ਹਰਕਤ ਵਿੱਚ ਲਿਆਉਣ ਦੇ ਸਮਰੱਥ ਹੁੰਦਾ ਹੈ। ਜੌਨ ਲੌਕ ਨੇ ਇੱਕ ਬਹੁਤ ਹੀ ਵਧੀਆ ਪਰਿਭਾਸ਼ਾ ਦਿੱਤੀ ਹੈ। ਕਹਿੰਦੇ ਤੰਦਰੁਸਤ ਮਨ ਇੱਕ ਤੰਦਰੁਸਤ ਸਰੀਰ ਦੇ ਵਿੱਚ ਹੀ ਰਹਿ ਸਕਦਾ ਹੈ। ਸੋ ਇਹ ਸੀਗੀਆਂ ਵਿਦਵਾਨਾਂ ਦੇ ਦੁਆਰਾ ਦਿੱਤੀਆਂ ਗਈਆਂ ਪਰਿਭਾਸ਼ਾਵਾਂ। ਹੁਣ ਆਪਾਂ ਸਿਹਤ ਸਿੱਖਿਆ ਦੇ ਸਿਧਾਂਤਾਂ ਦੇ ਉੱਤੇ ਚੱਲਦੇ ਹਾਂ ਕਿ ਸਾਨੂੰ ਕਿਹੜੇ ਸਿਧਾਂਤ ਅਪਣਾਉਣੇ ਚਾਹੀਦੇ ਹਨ, ਕਿਹੜੇ ਮਤਲਬ ਰੂਲਸ ਪ੍ਰਿੰਸੀਪਲਸ ਅਪਣਾਉਣੇ ਚਾਹੀਦੇ ਨੇ ਜਿਨ੍ਹਾਂ ਦੇ ਨਾਲ ਕਿ ਜਿਹੜੀ ਸਿਹਤ ਹੈ ਉਹ ਸਾਡੀ ਵਧੀਆ ਹੋ ਸਕੇ। ਕਹਿੰਦੇ ਸਿਹਤ ਸਿੱਖਿਆ ਦਾ ਟੀਚਾ ਹਰ ਨਾਗਰਿਕ ਦੇ ਵਿੱਚ ਉੱਚ ਪੱਧਰ ਦੀ ਸਿਹਤ ਬਣਾਏ ਰੱਖਣਾ ਹੈ। ਵੀ ਜਿਹੜੀ ਸਿਹਤ ਸਿੱਖਿਆ ਹੈ ਉਸ ਦਾ ਮੇਨ ਮਕਸਦ ਕੀ ਹੈ, ਵੀ ਜਿਹੜਾ ਹਰ ਨਾਗਰਿਕ ਹੈ ਉਸਦੀ ਜਿਹੜੀ ਸਿਹਤ ਹੈ ਉਹ ਵਧੀਆ ਬਣੀ ਰੱਖੇ ਤਾਂ ਕਿ ਉਹ ਸਿਹਤਮੰਦ ਹੋਣ ਦੇ ਨਾਲ ਨਾਲ ਆਪਣੇ ਜੀਵਨ ਦੀਆਂ ਰੋਜ਼ਾਨਾ ਕਿਰਿਆਵਾਂ ਨੂੰ ਵੀ ਚੰਗੀ ਤਰ੍ਹਾਂ ਨਿਭਾ ਸਕੇ। ਦੂਜਾ ਪ੍ਰਿੰਸੀਪਲ ਕੀ ਹੈ, ਮਤਲਬ ਸਿਧਾਂਤ ਹੈ ਕਿ ਹੋਰ ਪ੍ਰੋਗਰਾਮਾਂ ਦੇ ਨਾਲ ਨਾਲ ਸਿਹਤ ਸੁਧਾਰ ਦਾ ਪ੍ਰੋਗਰਾਮ ਵੀ ਲਾਜ਼ਮੀ ਤੌਰ 'ਤੇ ਚਲਾਉਣਾ ਚਾਹੀਦਾ ਹੈ ਜਿਸ ਦੇ ਨਾਲ ਲੋਕਾਂ ਦੀ ਸਿਹਤ ਦੇ ਵਿੱਚ ਸੁਧਾਰ ਹੋਵੇਗਾ। ਕਹਿਣ ਦਾ ਮਤਲਬ ਵੀ ਇਸ ਤਰ੍ਹਾਂ ਦੇ ਯੋਗਾ ਕੈਂਪ ਲਗਾਉਣੇ ਚਾਹੀਦੇ ਨੇ ਜਿਸ ਦੇ ਨਾਲ ਵਿਅਕਤੀ ਜੋ ਸਿਹਤ ਦੇ ਨਾਲ ਨਾਲ ਸੰਬੰਧਿਤ ਹੈਲਥ ਨਾਲ ਰਿਲੇਟਡ ਪ੍ਰੋਗਰਾਮ ਬਣਾਉਣੇ ਚਾਹੀਦੇ ਨੇ, ਲਗਾਉਣੇ ਵੀ ਚਾਹੀਦੇ ਨੇ ਪਬਲਿਕ ਦੇ ਲਈ ਤਾਂ ਕਿ ਉਹ ਇਸ ਨੂੰ ਸੁਣ ਕੇ ਦੇਖ ਕੇ ਗਿਆਨ ਪ੍ਰਾਪਤ ਕਰਨ ਅਤੇ ਆਪਣੀ ਸਿਹਤ ਦੇ ਵਿੱਚ ਕੀ ਹੈ ਸੁਧਾਰ ਲਿਆਉਣ। ਨੰਬਰ 3 ਕਹਿੰਦੇ ਸਿਹਤ ਸੁਧਾਰ ਦਾ ਪ੍ਰੋਗਰਾਮ ਬੱਚਿਆਂ ਦੀ ਰੁਚੀ, ਜ਼ਰੂਰਤ, ਸਮਰੱਥਾ ਅਤੇ ਵਾਤਾਵਰਣ ਦੇ ਅਨੁਕੂਲਨ ਹੋਣਾ ਚਾਹੀਦਾ ਹੈ ਤਾਂ ਕਿ ਬੱਚੇ ਸਿਹਤ ਸਿੱਖਿਆ ਦਾ ਜਿਹੜਾ ਗਿਆਨ ਹੈ ਉਹ ਪ੍ਰਾਪਤ ਕਰ ਸਕਣ ਅਤੇ ਪ੍ਰਾਪਤ ਕੀਤੇ ਹੋਏ ਗਿਆਨ ਦੀਆਂ ਆਦਤਾਂ ਵੀ ਆਪਣੇ ਜੀਵਨ ਦੇ ਵਿੱਚ ਕੀ ਹੈ ਵਰਤੋਂ ਕਰ ਸਕਣ। ਕਹਿਣ ਦਾ ਮਤਲਬ ਜੋ ਵੀ ਸਿਹਤ ਸੁਧਾਰ ਦੇ ਲਈ ਪ੍ਰੋਗਰਾਮ ਬਣਾਏ ਜਾਣਗੇ ਉਹ ਬੱਚਿਆਂ ਦੀ ਸਮਰੱਥਾ, ਬੱਚਿਆਂ ਦੇ ਲੈਵਲ ਦਾ ਹੋਵੇ। ਇਹ ਨਾ ਹੋਵੇ ਕਿ ਬੱਚੇ ਛੋਟੇ ਹੋਣ ਅਤੇ ਪ੍ਰੋਗਰਾਮ ਜ਼ਿਆਦਾ ਹਾਇਰ ਲੈਵਲ ਦਾ ਕਰ ਲਈਏ, ਉਹਦੇ ਵਿੱਚ ਜੋ ਕਿਰਿਆਵਾਂ ਨੇ ਹਾਇਰ ਲੈਵਲ ਦੀਆਂ ਹੋ ਜਾਣ ਜਿਸ ਨੂੰ ਕਿ ਬੱਚੇ ਨਾ ਕਰ ਸਕਣ। ਚੌਥਾ ਕੀ ਹੈ, ਕਹਿੰਦੇ ਪ੍ਰਯੋਗਾਤਮਕ ਸਿੱਖਿਆ ਜਿਹਨੂੰ ਆਪਾਂ ਪ੍ਰੈਕਟੀਕਲ ਸਿੱਖਿਆ ਵੀ ਕਹਿ ਦਿੰਦੇ ਹਾਂ, ਜ਼ਿਆਦਾ ਪ੍ਰਭਾਵਸ਼ਾਲੀ ਹੁੰਦੀ ਹੈ। ਕਹਿਣ ਦਾ ਮਤਲਬ ਪ੍ਰੈਕਟੀਕਲ ਦੇ ਦੁਆਰਾ ਹੀ ਸਿਖਾਉਣਾ ਚਾਹੀਦਾ ਕਿਉਂਕਿ ਉਹ ਜ਼ਿਆਦਾ ਪ੍ਰਭਾਵਸ਼ਾਲੀ ਹੁੰਦੀ ਹੈ, ਇਸੇ ਤੋਂ ਹੀ ਜ਼ਿਆਦਾ ਲਾਭ ਪਹੁੰਚਦਾ ਹੈ। ਇਸ ਲਈ ਇਸ ਤਰ੍ਹਾਂ ਦੇ ਪ੍ਰੋਗਰਾਮਾਂ ਦਾ ਪ੍ਰਬੰਧ ਕੀ ਹੈ ਹੋਣਾ ਚਾਹੀਦਾ ਜਿਨ੍ਹਾਂ ਵਿੱਚ ਸਾਰੇ ਬੱਚਿਆਂ ਨੂੰ ਭਾਗ ਲੈਣ ਦੇ ਮੌਕੇ ਵੀ ਪ੍ਰਾਪਤ ਹੋਣ ਅਤੇ ਉਹ ਕੁਝ ਸਿੱਖਿਆ ਵੀ ਪ੍ਰਾਪਤ ਕਰ ਸਕਣ। ਨੰਬਰ 5 ਪੰਜਵਾਂ ਸਿਧਾਂਤ ਕੀ ਹੈ, ਕਹਿੰਦੇ ਹਰ ਬੱਚੇ ਦੇ ਵਿੱਚ ਕੁਝ ਖਾਸ ਗੁਣ ਮੌਜੂਦ ਹੁੰਦੇ ਨੇ। ਇਸ ਲਈ ਸਿਹਤ ਸਿੱਖਿਆ ਦਾ ਪ੍ਰੋਗਰਾਮ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ ਜਿਸ ਵਿੱਚ ਬੱਚੇ ਨੂੰ ਆਪਣੇ ਗੁਣਾਂ ਨੂੰ ਵਿਕਸਿਤ ਕਰਨ ਦਾ ਕੀ ਹੈ ਮੌਕਾ ਵੀ ਮਿਲੇ ਅਤੇ ਜਿਸ ਦੇ ਨਤੀਜੇ ਵਜੋਂ ਸਿਹਤ ਸਿੱਖਿਆ ਦਾ ਜੋ ਮਹੱਤਵ ਹੈ ਉਹ ਵੀ ਵਧੇ। ਠੀਕ ਹੈ ਜੀ। ਕਹਿਣ ਦਾ ਮਤਲਬ ਹਰੇਕ ਬੱਚੇ ਦੇ ਵਿੱਚ ਗੁਣ ਹੁੰਦੇ ਨੇ, ਉਹਨਾਂ ਗੁਣਾਂ ਨੂੰ ਬਾਹਰ ਕੱਢਣਾ ਵੀ ਸਿਹਤ ਸਿੱਖਿਆ ਦਾ ਹੀ ਮਕਸਦ ਹੈ। ਕਹਿੰਦੇ ਉਹਨਾਂ ਨੂੰ ਗੁਣਾਂ ਨੂੰ ਬਾਹਰ ਕੱਢਣਾ ਚਾਹੀਦਾ ਅਤੇ ਉਹਨਾਂ ਨੂੰ ਵਿਕਸਿਤ ਕਰਨਾ ਚਾਹੀਦਾ ਜਿਸ ਦੇ ਨਤੀਜੇ ਵਜੋਂ ਉਹਨਾਂ ਦੀ ਜਿਹੜੀ ਸਿਹਤ ਹੈ ਉਹ ਵਧੀਆ ਬਣੇ ਅਤੇ ਸਿਹਤ ਸਿੱਖਿਆ ਹੈ ਜੋ ਉਸ ਨੂੰ ਵੀ ਮਹੱਤਤਾ ਮਿਲੇ। 6ਵਾਂ ਪੁਆਇੰਟ ਕਹਿੰਦੇ ਸਿਹਤ ਸਿੱਖਿਆ ਨੂੰ ਪੜ੍ਹਨ ਲਿਖਣ ਤੱਕ ਹੀ ਸੀਮਿਤ ਨਹੀਂ ਰੱਖਣਾ ਚਾਹੀਦਾ ਸਗੋਂ ਇਸ ਦੀਆਂ ਠੋਸ ਪ੍ਰਾਪਤੀਆਂ ਦੇ ਲਈ ਕੀ ਹੈ ਪ੍ਰੋਗਰਾਮ ਚਲਾਉਣੇ ਵੀ ਚਾਹੀਦੇ ਹਨ। ਸਿਹਤ ਸਿੱਖਿਆ ਦੇ ਕਾਰਜਕ੍ਰਮ ਨੂੰ ਸਿਰਫ ਸਕੂਲਾਂ ਤੱਕ ਹੀ ਸੀਮਿਤ ਨਹੀਂ ਰੱਖਣਾ ਚਾਹੀਦਾ ਸਗੋਂ ਘਰ ਘਰ ਜਾ ਕੇ ਸਮਾਜ ਦੇ ਹਰ ਅੰਗ ਖਾਸ ਕਰਕੇ ਮਾਤਾ ਪਿਤਾ
ਨੂੰ ਵੀ ਇਸ ਦੀ ਸਿੱਖਿਆ ਤੇ ਇਸ ਤੋਂ ਹੋਣ ਵਾਲੇ ਲਾਭ ਤੇ ਲਾਪਰਵਾਹੀਆਂ ਤੋਂ ਹੋਣ ਵਾਲੀਆਂ ਹਾਨੀਆਂ ਸੰਬੰਧੀ ਜਾਣਕਾਰੀ ਦੇਣੀ ਚਾਹੀਦੀ ਹੈ। ਕਹਿਣ ਦਾ ਮਤਲਬ ਸਿਰਫ ਸਕੂਲ ਤੱਕ ਹੀ ਸੀਮਿਤ ਨਾ ਹੋਵੇ, ਬਲਕਿ ਘਰ ਘਰ ਜਾ ਕੇ ਇਸ ਦਾ ਜਿਹੜਾ ਮਤਲਬ ਚਰਚਾ ਕਰਨੀ ਚਾਹੀਦੀ ਹੈ, ਤਾਂ ਜੋ ਉਹ ਆਪਣੇ ਪਰਿਵਾਰ ਦੇ ਪ੍ਰਤੀ ਲਾਪਰਵਾਹੀ ਨਾ ਵਰਤ ਸਕਣ ਅਤੇ ਹਮੇਸ਼ਾ ਜਾਗਰੂਕ ਰਹਿਣ। ਨੰਬਰ 8 ਕਹਿੰਦੇ ਸਿਹਤ ਸੰਬੰਧੀ ਕਾਰਜ ਪ੍ਰਬੰਧਾਂ ਵਿੱਚ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਸ਼ਾਮਿਲ ਕੀਤੀਆਂ ਜਾਣੀਆਂ ਚਾਹੀਦੀਆਂ ਹਨ ਜਿਨ੍ਹਾਂ ਤੋਂ ਉਹ ਕੁਝ ਸਿੱਖਿਆ ਹਾਸਿਲ ਦੇ ਵਿੱਚ ਪ੍ਰਾਪਤ ਕਰ ਸਕਣ ਦੇ ਨਾਲ ਨਾਲ ਉਹਨਾਂ ਦਾ ਮਨੋਰੰਜਨ ਵੀ ਹੋ ਸਕੇ। ਸੋ ਕਹਿਣ ਦਾ ਭਾਵ ਕਹਿੰਦੇ ਸਿਹਤ ਦੇ ਜੋ ਕਾਰਜਕ੍ਰਮ ਨੇ ਉਹਨਾਂ ਦੇ ਵਿੱਚ ਸਮੱਸਿਆਵਾਂ ਇਸ ਤਰ੍ਹਾਂ ਦੀਆਂ ਸ਼ਾਮਿਲ ਕੀਤੀਆਂ ਜਾਣ ਜਿਸ ਤੋਂ ਨਾਲੇ ਤਾਂ ਬੱਚੇ ਕੁਝ ਸਿੱਖਿਆ ਹਾਸਿਲ ਕਰਨ ਅਤੇ ਨਾਲ ਹੀ ਉਹਨਾਂ ਦੇ ਲਈ ਮਨੋਰੰਜਨ ਭਰਿਆ ਵੀ ਮਾਹੌਲ ਹੈ ਜੋ ਉਹ ਬਣੇ। ਕਹਿੰਦੇ ਸਿਹਤ ਦੇ ਸੰਬੰਧੀ ਕੋਈ 2 ਉਪਾਅ। ਸਭ ਤੋਂ ਪਹਿਲਾਂ ਕੀ ਹੈ, ਯੋਗਾ ਕਰਨਾ ਚਾਹੀਦਾ ਹੈ। ਯੋਗਾ ਕੀ ਹੈ, ਚੰਗੀ ਸਿਹਤ ਦੇ ਲਈ ਹਰ ਰੋਜ਼ ਯੋਗਾ ਕਰਨਾ ਚਾਹੀਦਾ ਹੈ ਤੇ ਵਾਤਾਵਰਨ ਹੈ ਜਿਹੜਾ ਉਹ ਸਾਫ਼ ਸੁਥਰਾ ਰੱਖਣਾ ਚਾਹੀਦਾ। ਸਕੂਲ ਦੇ ਵਿੱਚ ਬੱਚਿਆਂ ਨੂੰ ਸਾਫ਼ ਸੁਥਰਾ ਜਿਹੜਾ ਵਾਤਾਵਰਨ ਹੈ ਉਹ ਪ੍ਰਦਾਨ ਕਰਨਾ ਚਾਹੀਦਾ ਹੈ। ਸੰਤੁਲਿਤ ਭੋਜਨ ਦੇਣਾ ਚਾਹੀਦਾ ਹੈ। ਸ਼ੁੱਧ ਹਵਾ, ਪਾਣੀ ਤੇ ਪ੍ਰਕਾਸ਼ ਦਾ ਪ੍ਰਬੰਧ ਵਧੀਆ ਹੋਣਾ ਚਾਹੀਦਾ ਹੈ। ਸਹੀ ਫਰਨੀਚਰ ਤੇ ਡਾਕਟਰੀ ਜਾਂਚ ਵੀ ਨਾਲ ਨਾਲ ਹੋਣੀ ਚਾਹੀਦੀ ਹੈ। ਸੋ ਅੱਗੇ ਇਹ ਤਾਂ ਸੀਗੇ ਸਿਹਤ ਸਿੱਖਿਆ ਦੇ ਸਿਧਾਂਤ। ਠੀਕ ਹੈ ਜੀ, ਹੁਣ ਤੱਕ ਆਪਾਂ ਨੇ ਸਿਹਤ ਸਿੱਖਿਆ ਦੇ ਬਾਰੇ, ਸਿਹਤ ਸਿੱਖਿਆ ਦੀ ਪਰਿਭਾਸ਼ਾਵਾਂ ਤੇ ਉਸ ਦੇ ਸਿਧਾਂਤਾਂ ਦੀ ਗੱਲ ਕੀਤੀ ਹੈ। ਹੁਣ ਆਪਾਂ ਸਿਹਤ ਸਿੱਖਿਆ ਦਾ ਜੋ ਖੇਤਰ ਹੈ ਉਸ ਦੀ ਗੱਲ ਕਰਨ ਜਾ ਰਹੇ ਹਾਂ ਵੀ ਇਸ ਦੇ ਅੰਦਰ ਕੀ ਕੀ ਆ ਜਾਂਦਾ ਹੈ। ਸਕੋਪ ਆਫ ਹੈਲਥ ਐਜੂਕੇਸ਼ਨ। ਕਹਿੰਦੇ ਸਿਹਤ ਸਿੱਖਿਆ ਦਾ ਖੇਤਰ। ਸਿਹਤ ਕੁਦਰਤ ਦੇ ਵੱਲੋਂ ਕਹਿੰਦੇ ਦਿੱਤਾ ਗਿਆ ਮਨੁੱਖ ਨੂੰ ਇੱਕ ਵਰਦਾਨ ਹੈ। ਪਰਮਾਤਮਾ ਦੇ ਵੱਲੋਂ ਕਹਿੰਦੇ ਸਿਹਤ ਹੈ ਜੋ ਵਿਅਕਤੀ ਨੂੰ ਦਿੱਤਾ ਗਿਆ ਇੱਕ ਵਰਦਾਨ ਹੈ। ਮਨੁੱਖ ਨੂੰ ਕਹਿੰਦੇ ਤੰਦਰੁਸਤ ਰਹਿਣ ਵਾਸਤੇ ਸਿਹਤ ਦਾ ਪੱਧਰ ਉੱਚਾ ਰੱਖਣ ਦੇ ਲਈ ਆਪਣੀ ਸਿਹਤ ਵੱਲ ਵੀ ਧਿਆਨ ਦੇਣ ਦੀ ਲੋੜ ਹੈ। ਸਿਰਫ ਇਕੱਲੇ ਮਨੁੱਖ ਨੂੰ ਹੀ ਨਹੀਂ ਸਗੋਂ ਸਾਰੇ ਇਕੱਲੇ ਤੇ ਸਾਰੇ ਇਕੱਠੇ ਮਿਲ ਕੇ ਆਪਣੇ ਸਾਰੇ ਸਮਾਜ ਦੀ ਸਿਹਤ ਦਾ ਜਿਹੜਾ ਪੱਧਰ ਹੈ ਚੰਗਾ ਬਣਾਉਣ ਦੇ ਲਈ ਆਪਾਂ ਉਪਰਾਲਾ ਕਰੀਏ ਤਾਂ ਹੀ ਅਸੀਂ ਕਹਿੰਦੇ ਜੀਵਨ ਦੀਆਂ ਖੁਸ਼ੀਆਂ ਅਤੇ ਆਨੰਦ ਮਾਣ ਸਕਾਂਗੇ। ਸੋ ਇਸ ਪ੍ਰਕਾਰ ਸਿਹਤ ਸਿੱਖਿਆ ਦਾ ਖੇਤਰ ਬਹੁਤ ਹੀ ਵਿਸ਼ਾਲ ਹੈ। ਇਸ ਨੂੰ 4 ਭਾਗਾਂ ਦੇ ਵਿੱਚ ਵੰਡਿਆ ਗਿਆ ਹੈ ਜੋ ਕਿ ਇਸ ਪ੍ਰਕਾਰ ਹਨ। ਸਭ ਤੋਂ ਪਹਿਲਾਂ ਹੈਗਾ ਸਰੀਰਕ ਬਣਤਰ ਅਤੇ ਸਰੀਰਕ ਕਿਰਿਆ ਦਾ ਮੁੱਢਲਾ ਗਿਆਨ। ਕਹਿੰਦੇ ਇਸ ਦੇ ਵਿੱਚ ਕੀ ਹੈ ਕਿ ਵਿਅਕਤੀ ਨੂੰ ਪਹਿਲਾਂ ਤਾਂ ਆਪਣੇ ਸਰੀਰ ਦੀ ਬਣਤਰ ਬਾਰੇ ਤੇ ਆਪਣੇ ਸਰੀਰਕ ਕਿਰਿਆ ਬਾਰੇ ਜੋ ਵੀ ਕਿਰਿਆਵਾਂ ਉਹ ਕਰ ਰਿਹਾ ਹੈ ਸਰੀਰ ਦੇ ਰਾਹੀਂ ਉਸ ਦੇ ਬਾਰੇ ਉਸਨੂੰ ਮੁੱਢਲਾ ਗਿਆਨ ਮਤਲਬ ਬੇਸਿਕ ਨੌਲੇਜ ਹੋਣੀ ਚਾਹੀਦੀ ਹੈ। ਕਹਿੰਦੇ ਹਰ ਇੱਕ ਮਨੁੱਖ ਨੂੰ ਆਪਣੇ ਸਰੀਰ ਦੀ ਬਣਤਰ ਬਾਰੇ ਪੂਰਾ ਗਿਆਨ ਹੋਣਾ ਚਾਹੀਦਾ ਹੈ ਕਿ ਉਸਦੇ ਸਰੀਰ ਦੀ ਬਣਤਰ ਕਿਹੋ ਜਿਹੀ ਹੈ ਅਤੇ ਸਰੀਰ ਦੇ ਵੱਖ-ਵੱਖ ਅੰਗ ਆਪਣੀਆਂ ਸਰੀਰਕ ਕਿਰਿਆਵਾਂ ਕਿਸ ਤਰ੍ਹਾਂ ਕਰ ਰਹੇ ਹਨ। ਜੇਕਰ ਵਿਅਕਤੀ ਨੂੰ ਆਪਣੇ ਸਰੀਰ ਦੇ ਬਾਰੇ ਹੀ ਗਿਆਨ ਨਹੀਂ ਹੈ ਤਾਂ ਉਹ ਉਸ ਨੂੰ ਵਧੀਆ ਜਾਂ ਸਿਹਤਮੰਦ ਨਹੀਂ ਰੱਖ ਸਕਦਾ। ਕਹਿੰਦੇ ਇੱਕ ਉਦਾਹਰਨ ਤੋਂ ਇਸ ਉਦਾਹਰਨ ਦੇ ਤੌਰ ਤੇ ਜੇਕਰ ਮੰਨ ਲਓ ਤੁਹਾਡੀ ਸਾਈਕਲ ਰਸਤੇ ਦੇ ਵਿੱਚ ਖਰਾਬ ਹੋ ਜਾਵੇ, ਜੇਕਰ ਤੁਹਾਨੂੰ ਉਸ ਦੀ ਬਣਤਰ ਦਾ ਪਤਾ ਹੋਵੇਗਾ ਤਾਂ ਤੁਸੀਂ ਉਸ ਨੂੰ ਠੀਕ ਕਰ ਸਕਦੇ ਹੋ ਜਾਂ ਕਿਸੇ ਸਾਈਕਲ ਠੀਕ ਕਰਨ ਵਾਲੇ ਮਿਸਤਰੀ ਨੂੰ ਇਸ ਦਾ ਨੁਕਸ ਕੀ ਹੈ ਦੱਸ ਕੇ ਠੀਕ ਵੀ ਕਰਵਾ ਲਵੋਗੇ। ਪਰ ਜੇ ਕਹਿੰਦੇ ਸਾਈਕਲ ਦੀ ਕਿਰਿਆ ਦੇ ਵਿੱਚ ਕੋਈ ਖਰਾਬੀ ਹੋ ਜਾਵੇ, ਜਿਵੇਂ ਸਾਈਕਲ ਦੇ ਕੁੱਤੇ ਮਰ ਜਾਣ, ਤਾਂ ਤੁਸੀਂ ਸਾਈਕਲ ਉੱਤੇ ਚੜ੍ਹ ਕੇ ਉਸਦੇ ਪੈਡਲ ਤਾਂ ਪੈਰਾਂ ਨਾਲ ਜ਼ਰੂਰ ਘੁਮਾਓਗੇ ਪਰ ਸਾਈਕਲ ਆਪਣਾ ਕੰਮ ਅੱਗੇ ਜਾਣ ਦਾ ਨਹੀਂ ਕਰੇਗਾ ਕਿਉਂਕਿ ਇਹ ਸਾਈਕਲ ਦੀ ਕਿਰਿਆ ਦੀ ਖਰਾਬੀ ਆ ਗਈ ਹੈ। ਇਸ ਕਰਕੇ ਸਾਈਕਲ ਦੀ ਕਿਰਿਆ ਬਾਰੇ ਜੇਕਰ ਜਾਣਕਾਰੀ ਹੋਵੇਗੀ ਤਾਂ ਹੀ ਉਸ ਨੂੰ ਤੁਸੀਂ ਸਾਈਕਲ ਦੇ ਮਿਸਤਰੀ ਕੋਲ ਲੈ ਜਾ ਕੇ ਉਸਦੇ ਫਰਾਈ ਵੀਲ ਦੇ ਨਵੇਂ ਕੁੱਤੇ ਪਵਾ ਲਵੋਗੇ, ਨਹੀਂ ਤਾਂ ਉਹ ਖੜੇ ਹੀ ਪੈਡਲ ਮਾਰ ਕੇ ਮੁਫਤ ਵਿੱਚ ਪਰੇਸ਼ਾਨ ਹੁੰਦੇ ਜਾਓਗੇ। ਕਹਿੰਦੇ ਇਸੇ ਲਈ ਸਾਈਕਲ ਦੀ ਤਰ੍ਹਾਂ ਮਨੁੱਖ ਨੂੰ ਵੀ ਆਪਣੀ ਸਿਹਤ ਦੀ ਬਣਤਰ ਅਤੇ ਸਰੀਰਕ ਕਿਰਿਆਵਾਂ ਬਾਰੇ ਪੂਰਾ ਜਾਣਕਾਰੀ ਕੀ ਹੈ ਹੋਣੀ ਚਾਹੀਦੀ ਹੈ। ਜਿਵੇਂ ਸਾਡੇ ਸਰੀਰ ਦਾ ਢਾਂਚਾ ਕਿਹੋ ਜਿਹਾ ਹੈ, ਸਾਹ ਕਿਰਿਆ ਕਿਵੇਂ ਦੀ ਹੈ, ਸਾਡੇ ਸਰੀਰ ਦੇ ਵਿੱਚ ਲਹੂ ਗੇੜ ਕਿਵੇਂ ਚੱਲ ਰਿਹਾ ਹੈ, ਅਸੀਂ ਅੱਗੇ ਪਿੱਛੇ ਕਿਵੇਂ ਜਾਂਦੇ ਹਾਂ, ਇਹ ਸਾਡੇ ਸਰੀਰ ਦੇ ਨਾਲ ਹੀ ਸੰਬੰਧਿਤ ਗੱਲਾਂ ਨੇ। ਸਿਹਤ ਨਾਲ ਕਹਿੰਦੇ ਹਿਲਦੇ ਜੁਲਦੇ ਕਿਵੇਂ ਹਾਂ, ਸਾਡੇ ਸਰੀਰ ਦਾ ਮਾਸ ਪੱਠਿਆਂ ਦਾ ਕੀ ਕੰਮ ਹੈ, ਅਸੀਂ ਕਿਵੇਂ ਭੋਜਨ ਖਾਂਦੇ ਹਾਂ ਤੇ ਸਾਡੇ ਸਰੀਰ ਨੂੰ ਕਿਵੇਂ ਸ਼ਕਤੀ ਮਿਲਦੀ ਹੈ ਤੇ ਕਿਸ ਤਰ੍ਹਾਂ ਸਾਡੇ ਭੋਜਨ 'ਚੋਂ ਸ਼ਕਤੀ ਨਿਕਲ ਕੇ ਬਾਕੀ ਦਾ ਮਲ ਤਿਆਗ ਕਿਵੇਂ ਕਿਹੜੀਆਂ ਹਾਲਾਤਾਂ ਦੇ ਵਿੱਚੋਂ ਦੀ ਲੰਘ ਕੇ ਬਾਹਰ ਆਉਂਦਾ ਹੈ। ਕਹਿੰਦੇ ਸੋ ਇਸ ਤਰ੍ਹਾਂ ਜੇਕਰ ਸਾਨੂੰ ਸਾਡੇ ਸਰੀਰ ਦੀ ਬਣਤਰ ਅਤੇ ਸਰੀਰਕ ਕਿਰਿਆ ਦਾ ਗਿਆਨ ਹੋਵੇਗਾ ਤਾਂ ਅਸੀਂ ਸਰੀਰ ਨੂੰ ਅਰੋਗ ਰੱਖਣ ਦੇ ਵਿੱਚ ਸਫਲ ਹੋ ਸਕਦੇ ਹਾਂ। ਕਹਿੰਦੇ ਆਪਣੀ ਸਿਹਤ ਦਾ ਉੱਚਾ ਪੱਧਰ ਕਾਇਮ ਕਰ ਰੱਖ ਸਕਦੇ ਹਾਂ। ਕਹਿਣ ਦਾ ਮਤਲਬ ਆਪਣੀ ਸਿਹਤ ਨੂੰ ਵਧੀਆ ਬਣਾ ਸਕਦੇ ਹਾਂ ਜੇਕਰ ਸਾਨੂੰ ਆਪਣੇ ਸਰੀਰ ਦੀ ਬਣਤਰ ਬਾਰੇ ਉਸਦੇ ਕਿਰਿਆਵਾਂ ਬਾਰੇ ਪੂਰੀ ਜਾਣਕਾਰੀ ਹੋਵੇਗੀ।
ਇਸ ਦੇ ਨਾਲ ਕੀ ਹੋਵੇਗਾ, ਸਾਡੇ ਕੰਮ ਕਰਨ ਦੀ ਸਮਰੱਥਾ ਵਧੇਗੀ, ਅਸੀਂ ਲੰਮਾ ਜੀਵਨ ਖੁਸ਼ੀਆਂ ਭਰਿਆ ਬਿਤਾ ਸਕਾਂਗੇ। ਪਰ ਕਹਿੰਦੇ ਦੂਜੇ ਪਾਸੇ ਜੇਕਰ ਸਾਨੂੰ ਆਪਣੇ ਸਰੀਰ ਦੀ ਬਣਤਰ ਅਤੇ ਸਰੀਰਕ ਕਿਰਿਆ ਬਾਰੇ ਪਤਾ ਹੀ ਨਹੀਂ ਹੋਵੇਗਾ ਤਾਂ ਅਸੀਂ ਆਪਣੇ ਸਾਈਕਲ ਦੇ ਵਾਂਗ ਹਨੇਰੇ ਦੇ ਵਿੱਚ ਹੀ ਟੱਕਰਾਂ ਮਾਰਦੇ ਰਹਾਂਗੇ। ਅਸੀਂ ਇੱਕ ਸ਼ਾਂਤ, ਸੁਖੀ ਤੇ ਆਨੰਦਮਈ ਜੀਵਨ ਨਹੀਂ ਬਿਤਾ ਸਕਾਂਗੇ। ਸੋ ਹੁਣ ਹਰ ਇੱਕ ਵਿਅਕਤੀ ਦੇ ਲਈ ਸਿਹਤ ਸਿੱਖਿਆ ਇੱਕ ਮਹੱਤਵਪੂਰਨ ਵਿਸ਼ਾ ਬਣ ਗਿਆ ਹੈ ਅਤੇ ਇਸ ਦੇ ਗਿਆਨ ਦੀ ਲੋੜ ਹਰ ਇੱਕ ਪ੍ਰਾਣੀ ਕੀ ਹੈ, ਮਹਿਸੂਸ ਕਰਦਾ ਹੈ। ਨੈਕਸਟ ਕਹਿੰਦੇ ਸਿਹਤ ਦੇ ਸੰਬੰਧੀ ਹਦਾਇਤਾਂ, ਜੋ ਕਿ ਦੂਜਾ ਪੁਆਇੰਟ ਹੈ, ਇਸ ਦੇ ਖੇਤਰ ਦੇ ਵਿੱਚ ਆਉਂਦਾ ਹੈ। ਖੇਤਰ ਦੇ ਵਿੱਚ ਸਿਹਤ ਸੰਬੰਧੀ ਹਦਾਇਤਾਂ ਵੀ ਆਉਂਦੀਆਂ ਨੇ। ਖੇਤਰ ਮਤਲਬ ਇਸ ਦੇ ਏਰੀਆ, ਠੀਕ ਹੈ। ਸਿਹਤ ਸਿੱਖਿਆ ਦਾ ਜੋ ਏਰੀਆ ਹੈ ਉਹ ਕਿਸ ਉਸ ਦੇ ਵਿੱਚ ਕੀ ਆਉਂਦਾ ਹੈ। ਦੇਖੋ, ਸਰੀਰ ਦੀ ਬਣਤਰ ਆ ਗਈ, ਸਰੀਰ ਕਿਰਿਆ ਦਾ ਮੁੱਢਲਾ ਗਿਆਨ ਆ ਗਿਆ। ਦੂਜੇ ਪਾਸੇ ਕੀ ਆ ਗਿਆ, ਸਿਹਤ ਸੰਬੰਧੀ ਹਦਾਇਤਾਂ। ਇਹ ਵੀ ਸਿਹਤ ਸਿੱਖਿਆ ਦੇ ਖੇਤਰ ਦੇ ਵਿੱਚ ਹੀ ਆਉਂਦੀਆਂ ਨੇ। ਕਹਿੰਦੇ ਸਿਹਤ ਸੰਬੰਧੀ ਹਦਾਇਤਾਂ ਦਾ ਵਿਅਕਤੀ ਦੀ ਸਿਹਤ 'ਤੇ ਡੂੰਘਾ ਅਸਰ ਪੈਂਦਾ ਹੈ। ਜੇਕਰ ਸਾਨੂੰ ਸਿਹਤ ਸੰਬੰਧੀ ਹਦਾਇਤਾਂ ਦਿੱਤੀਆਂ ਹੋਣਗੀਆਂ ਤਾਂ ਵਿਅਕਤੀ ਉਹਦੇ ਉੱਪਰ ਉਸ ਚੀਜ਼ ਦਾ ਡੂੰਘਾ ਅਸਰ ਪੈਂਦਾ ਹੈ। ਜੇਕਰ ਕਹਿੰਦੇ ਉਸ ਨੂੰ ਆਪਣੀ ਸਿਹਤ ਦੇ ਬਾਰੇ ਗਿਆਨ ਅਤੇ ਸਿਹਤ ਦੀਆਂ ਹਦਾਇਤਾਂ ਦੀ ਜਾਣਕਾਰੀ ਹੈ ਤਾਂ ਉਹ ਇਹਨਾਂ ਹਦਾਇਤਾਂ ਨੂੰ ਆਪਣੀ ਸਿਹਤ ਨੂੰ ਬਣਾਈ ਰੱਖਣ ਦੇ ਲਈ ਆਪਣਾ ਕਰਤੱਵ ਸਮਝੇਗਾ। ਕਹਿਣ ਦਾ ਮਤਲਬ ਸਿਹਤ ਨੂੰ ਵਧੀਆ ਬਣਾਏ ਰੱਖਣ ਲਈ ਜੋ ਵੀ ਹਦਾਇਤਾਂ ਹੁੰਦੀਆਂ ਨੇ, ਜੇਕਰ ਵਿਅਕਤੀ ਉਹਨਾਂ ਹਦਾਇਤਾਂ ਨੂੰ ਮੰਨਦਾ, ਠੀਕ ਹੈ, ਤਾਂ ਉਹ ਆਪਣੇ ਸਰੀਰ ਨੂੰ ਜਾਂ ਆਪਣੀ ਸਿਹਤ ਨੂੰ ਵਧੀਆ ਬਣਾਏ ਰੱਖਦਾ ਹੈ ਅਤੇ ਆਪਣੇ ਆਪ ਦੇ ਵਿੱਚ ਚੰਗੀ ਸਿਹਤ ਬਣਾਈ ਰੱਖਣ ਦੇ ਲਈ ਰੱਖਣ ਦੀਆਂ ਆਦਤਾਂ ਵੀ ਪਾਵੇਗਾ। ਜਿਵੇਂ ਸਵੇਰੇ ਜਲਦੀ ਨਾਲ ਉੱਠਣਾ, ਰਾਤ ਨੂੰ ਵੇਲੇ ਸਿਰ ਸੋਣਾ, ਰਾਤ ਦੀ ਨੀਂਦ ਪੂਰੀ ਲੈਣੀ, ਸਵੇਰੇ ਉੱਠ ਕੇ ਦੰਦਾਂ ਨੂੰ ਬੁਰਸ਼ ਕਰਨਾ, ਰੋਜ਼ਾਨਾ ਇਸ਼ਨਾਨ ਕਰਨਾ, ਆਪਣੇ ਆਪ ਦੀ ਸਫਾਈ ਰੱਖਣੀ, ਆਪਣੇ ਘਰ ਮੁਹੱਲੇ ਅਤੇ ਪਿੰਡ ਦੀ ਸਫਾਈ ਵੱਲ ਧਿਆਨ ਦੇਣਾ ਜਾਂ ਨਾਲੀਆਂ ਵਗੈਰਾ ਦੀ ਸਫਾਈ ਰੱਖਣੀ। ਕੂੜੇ ਦੇ ਢੇਰ ਆਪਣੀ ਗਲੀ ਅਤੇ ਮੁਹੱਲੇ ਦੇ ਵਿੱਚ ਇਕੱਠੇ ਨਹੀਂ ਹੋਣ ਦੇਣੇ, ਉਹਨਾਂ ਨੂੰ ਜਲਦੀ ਹੀ ਚੁਕਵਾ ਦੇਣਾ ਜਾਂ ਜ਼ਮੀਨ ਦੇ ਵਿੱਚ ਟੋਆ ਪੁੱਟ ਕੇ ਦੱਬ ਦੇਣਾ ਆਦਿ। ਕਹਿੰਦੇ ਇਹ ਸਾਰੀਆਂ ਸਿਹਤ ਸੰਬੰਧੀ ਹਦਾਇਤਾਂ, ਇਹਨਾਂ ਵੱਲ ਪੂਰਾ ਧਿਆਨ ਦੇਣਾ ਚਾਹੀਦਾ ਹੈ। ਆਪਣੀ ਸਿਹਤ ਦਾ ਡਾਕਟਰ ਦੇ ਕੋਲੋਂ ਸਾਲ ਦੇ ਵਿੱਚ 2 ਵਾਰ ਮੁਆਇਨਾ ਵੀ ਕਰਾਉਣਾ ਚਾਹੀਦਾ ਹੈ। ਬੱਚਿਆਂ ਦੇ ਜੋ ਟੀਕੇ ਲੱਗਦੇ ਨੇ ਜਿਵੇਂ BCG, ਪੋਲੀਓ, DPT ਆਦਿ, ਇਹ ਸਾਰੇ ਵੇਲੇ ਸਿਰ ਲਗਵਾਉਣੇ ਤਾਂ ਜੋ ਉਹ ਛੂਤ ਦੀਆਂ ਬਿਮਾਰੀਆਂ ਤੋਂ ਬਚ ਸਕਣ। ਕਹਿੰਦਾ ਪੂਰਾ ਪੱਕਿਆ ਹੋਇਆ ਭੋਜਨ ਖਾਣਾ ਅਤੇ ਸੰਤੁਲਿਤ ਭੋਜਨ ਖਾਣਾ, ਸਾਫ਼ ਪਾਣੀ ਪੀਣਾ, ਸਾਫ਼ ਸੁਥਰੇ ਸਿਹਤਮੰਦ ਵਾਤਾਵਰਣ ਦੇ ਵਿੱਚ ਰਹਿਣਾ। ਇਹਨਾਂ ਸਾਰੀਆਂ ਹਦਾਇਤਾਂ ਜਾਂ ਆਦਤਾਂ 'ਤੇ ਚੱਲ ਕੇ ਵਿਅਕਤੀ ਆਪਣੀ ਸਿਹਤ ਦਾ ਜੋ ਪੱਧਰ ਹੈ ਉਹ ਉੱਚਾ ਰੱਖ ਸਕਦਾ ਹੈ ਅਤੇ ਆਪਣੀ ਸਿਹਤ ਸੰਬੰਧੀ ਹਰ ਖੁਸ਼ੀ ਤੇ ਆਨੰਦ ਪ੍ਰਾਪਤ ਕਰ ਸਕਦਾ ਹੈ। ਸੋ ਇਸ ਤਰ੍ਹਾਂ ਕਹਿੰਦੇ ਸਿਹਤ ਸੰਬੰਧੀ ਹਦਾਇਤਾਂ ਨੂੰ ਧਿਆਨ ਦੇ ਵਿੱਚ ਰੱਖ ਕੇ ਮਨੁੱਖ ਆਪਣੀਆਂ ਆਦਤਾਂ ਇਸ ਤਰ੍ਹਾਂ ਦੀਆਂ ਕਾਇਮ ਕਰ ਲੈਂਦਾ ਹੈ ਜਿਸ ਦੇ ਨਾਲ ਉਹ ਆਪਣੇ ਆਪ ਸਿਹਤਮੰਦ ਬਣ ਜਾਂਦਾ ਹੈ ਅਤੇ ਇਹ ਸਿਹਤ ਸੰਬੰਧੀ ਹਦਾਇਤਾਂ ਇੱਕ ਸਿੱਖਿਆ ਜਗਤ ਦੇ ਖੇਤਰ ਦਾ ਕੀ ਹੈ, ਅੰਗ ਬਣ ਗਈਆਂ ਹਨ। ਠੀਕ ਹੈ ਜੀ, ਤਾਂ ਇਹ ਸਿਹਤ ਸੰਬੰਧੀ ਸਾਰੀ ਹਦਾਇਤਾਂ ਨੇ ਕਿ ਸਾਨੂੰ ਸਾਰਾ ਕੁਝ ਸੌਣਾ, ਵੇਲੇ ਸਿਰ ਉੱਠਣਾ, ਬਰਸ਼ ਕਰਨਾ, ਇਸ਼ਨਾਨ ਕਰਨਾ, ਇਹ ਸਾਰੀਆਂ ਜਿਹੜੀਆਂ ਹਦਾਇਤਾਂ ਨੇ ਇਹਨਾਂ ਸਾਰਿਆਂ ਦਾ ਕੀ ਪਾਲਣ ਕਰਨਾ ਚਾਹੀਦਾ ਤਾਂ ਜੋ ਅਸੀਂ ਆਪਣੀ ਸਿਹਤ ਦਾ ਜੋ ਪੱਧਰ ਹੈ ਉਹ ਉੱਚਾ ਕਰ ਸਕੀਏ। ਤੀਜਾ ਜੋ ਪੁਆਇੰਟ ਹੈ ਇਸ ਦੇ ਖੇਤਰ ਦੇ ਵਿੱਚ ਸਿਹਤ ਸੇਵਾਵਾਂ, ਕਿ ਸਿਹਤ ਸੇਵਾਵਾਂ ਕੀ ਹਨ। ਸਿਹਤ ਸੇਵਾਵਾਂ ਤੋਂ ਭਾਵ ਸੇਵਾਵਾਂ ਸੰਬੰਧੀ ਜੋ ਕਿ ਅਸੀਂ ਚੰਗੇ ਪੜ੍ਹੇ ਲਿਖੇ ਯੋਗਤਾ ਪ੍ਰਾਪਤ ਵਿਅਕਤੀ ਦੇ ਕੋਲੋਂ ਆਪਣੀ ਸਿਹਤ ਦਾ ਪੱਧਰ ਉੱਚਾ ਕਰਨ ਦੇ ਲਈ ਪ੍ਰਾਪਤ ਕਰਦੇ ਹਾਂ, ਉਹਨਾਂ ਨੂੰ ਅਸੀਂ ਸਿਹਤ ਸੇਵਾਵਾਂ ਆਖਦੇ ਹਾਂ। ਜਿਵੇਂ ਡਾਕਟਰ, ਨਰਸ, ਕੰਪਾਊਂਡਰ, ਹਕੀਮ ਸਾਡੀ ਸਿਹਤ ਦਾ ਨਿਰੀਖਣ ਕਰਕੇ ਲੋੜ ਦੇ ਮੁਤਾਬਿਕ ਸਾਨੂੰ ਦਵਾਈ ਦਿੰਦੇ ਹਨ। ਇਹ ਉਹਨਾਂ ਦੀਆਂ ਸਾਡੇ ਪ੍ਰਤੀ ਸਿਹਤ ਸੇਵਾਵਾਂ ਹੀ ਹਨ। ਆਮ ਜਨਤਾ ਨੂੰ ਸਿਹਤ ਸੇਵਾਵਾਂ ਹਸਪਤਾਲਾਂ, ਡਿਸਪੈਂਸਰੀ, ਸਿਹਤ ਕੇਂਦਰ, ਅਰੋਗ ਕੇਂਦਰ, ਡਾਕਟਰ ਅਤੇ ਨਿੱਜੀ ਦਵਾਖਾਨੇ ਤੋਂ ਵੀ ਹਾਸਿਲ ਹੋ ਜਾਂਦੀਆਂ ਹਨ। ਕਹਿੰਦੇ ਜਦੋਂ ਕੋਈ ਵਿਅਕਤੀ ਆਪਣੇ ਆਪ ਠੀਕ ਨਾ ਸਮਝੇ ਜਾਂ ਬਿਮਾਰ ਹੋ ਜਾਵੇ ਤਾਂ ਉਹ ਇਹਨਾਂ ਕੇਂਦਰ ਤੋਂ ਸਿਹਤ ਸੇਵਾਵਾਂ ਹਾਸਿਲ ਕਰਦਾ ਹੈ। ਡਾਕਟਰ ਉਸ ਬਿਮਾਰੀ ਨੂੰ ਠੀਕ ਕਰਨ ਦੇ ਲਈ ਦਵਾਈ ਦਿੰਦਾ ਹੈ। ਜਿਵੇਂ ਕੋਈ ਵਸਤੂ ਖਾਣ ਦੇ ਨਾਲ ਬਿਮਾਰੀ ਵੱਧ ਜਾਂਦੀ ਹੈ, ਇਸ ਤਰ੍ਹਾਂ ਦੀਆਂ ਵਸਤੂਆਂ ਦਾ ਸੇਵਨ ਕਰਨ ਤੋਂ ਮਨਾ ਵੀ ਕਰ ਦਿੰਦਾ ਹੈ। ਕਹਿੰਦੇ ਉਹ ਵਸਤੂਆਂ ਖਾਣ ਦੀ ਹਦਾਇਤ ਦਿੰਦਾ ਹੈ ਜੋ ਜਲਦੀ ਬਿਮਾਰੀ ਤੋਂ ਠੀਕ ਹੋਣ ਵਿੱਚ ਕੀ ਹੈ, ਸਹਾਇਕ ਹੋਣ। ਕਹਿੰਦੇ ਬੱਚਿਆਂ ਦੀ ਸਿਹਤ ਦਾ ਸਕੂਲ ਅਤੇ ਡਾਕਟਰਾਂ ਦੇ ਰਾਹੀਂ ਵੀ ਨਿਰੀਖਣ ਕੀ ਹੈ, ਸਮੇਂ-ਸਮੇਂ 'ਤੇ ਕੀਤਾ ਜਾਂਦਾ ਹੈ। ਇਹ ਸਹੂਲਤ ਹਾਲੇ ਅੰਗਰੇਜ਼ੀ ਸਕੂਲਾਂ ਦੇ ਵਿੱਚ ਹੀ ਹਾਸਿਲ ਹੈ, ਪਰ ਕਹਿੰਦੇ ਸਰਕਾਰੀ ਸਕੂਲਾਂ ਦੇ ਵਿੱਚ ਇਸ ਤਰ੍ਹਾਂ ਦੀ ਸਹੂਲਤ ਨਹੀਂ ਹੈ। ਸਾਲ ਵਿੱਚ 2 ਵਾਰ ਹਰ ਬੱਚੇ ਦਾ ਮੁਆਇਨਾ ਕੀਤਾ ਜਾਂਦਾ ਹੈ। ਜ਼ਰੂਰਤ ਦੇ ਅਨੁਸਾਰ ਦਵਾਈ ਦਿੱਤੀ ਜਾਂਦੀ ਹੈ। ਜੇਕਰ ਕਿਸੇ ਬੱਚੇ ਨੂੰ ਕੋਈ ਭਿਆਨਕ ਬਿਮਾਰੀ ਲੱਗ ਵੀ ਗਈ ਹੈ ਤਾਂ
ਉਸ ਦੇ ਲੱਗਣ ਦੇ ਲੱਛਣ ਨਜ਼ਰ ਆਉਣ ਤਾਂ ਇਸ ਦੇ ਰੋਗ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ ਤਾਂ ਕਿ ਵੇਲੇ ਸਿਰ ਬਿਮਾਰੀ ਦਾ ਕੀ ਹੈ ਇਲਾਜ ਹੋ ਸਕੇ। ਸੋ ਇਸ ਤਰ੍ਹਾਂ ਸਿਹਤ ਸੇਵਾਵਾਂ ਸਿਹਤ ਸਿੱਖਿਆ ਦੇ ਖੇਤਰ ਦਾ ਕੀ ਨੇ ਅਨਿੱਖੜਵਾਂ ਅੰਗ ਬਣ ਚੁੱਕੀਆਂ ਨੇ। ਕਹਿਣ ਦਾ ਮਤਲਬ ਇਹ ਸਿਹਤ ਸੇਵਾਵਾਂ ਨੇ ਸਾਨੂੰ ਡਾਕਟਰਾਂ ਨਰਸਾਂ ਤੋਂ ਪ੍ਰਾਪਤ ਹੁੰਦੀਆਂ ਨੇ। ਸਾਨੂੰ ਅਗਰ ਕੋਈ ਵੀ ਦਿੱਕਤ ਆਉਂਦੀ ਹੈ ਤਾਂ ਅਸੀਂ ਉਹਨਾਂ ਕੋਲੋਂ ਜਾ ਕੇ ਉਹ ਸੇਵਾਵਾਂ ਨੇ ਜਿਹੜੀਆਂ ਉਹ ਪ੍ਰਾਪਤ ਕਰ ਸਕਦੇ ਹਾਂ। ਚੌਥਾ ਕੀ ਹੈ ਸਿਹਤਮੰਦ ਵਾਤਾਵਰਨ। ਇਹ ਵੀ ਸਿਹਤ ਸਿੱਖਿਆ ਦੇ ਖੇਤਰ ਦੇ ਵਿੱਚ ਹੀ ਆਉਂਦਾ ਹੈ। ਕਹਿੰਦੇ ਜਿਵੇਂ ਵਿਅਕਤੀ ਦੀ ਬੋਲਚਾਲ ਅਤੇ ਗੱਲਬਾਤ ਕਰਨ ਤੋਂ ਉਸ ਦੀ ਲਿਆਕਤ ਪਹਿਚਾਨੀ ਜਾਂਦੀ ਹੈ, ਇਸੇ ਤਰ੍ਹਾਂ ਹੀ ਵਿਅਕਤੀ ਦੀ ਸਿਹਤ ਤੋਂ ਹੀ ਪਤਾ ਚੱਲ ਜਾਂਦਾ ਹੈ ਕਿ ਉਹ ਕਿਹੋ ਜਿਹੇ ਵਾਤਾਵਰਨ ਦੇ ਵਿੱਚ ਰਹਿੰਦਾ ਹੈ। ਜੇਕਰ ਉਹ ਉਸਦਾ ਸਰੀਰ ਢਿੱਲਾ ਦਿਖਾਈ ਦਿੰਦਾ ਤਾਂ ਆਪਾਂ ਨੂੰ ਲੱਗਦਾ ਕਿ ਇਸਦਾ ਆਲੇ ਦੁਆਲੇ ਦਾ ਜੋ ਮਾਹੌਲ ਹੈ ਉਹ ਸਹੀ ਨਹੀਂ ਹੈ, ਉਹ ਟੈਨਸ਼ਨ ਦੇ ਵਿੱਚ ਰਹਿੰਦਾ ਹੈ। ਤਾਂ ਇਸ ਤਰ੍ਹਾਂ ਆਪਾਂ ਕਹਿ ਸਕਦੇ ਹਾਂ ਕਿ ਉਸਦੇ ਵਾਤਾਵਰਨ ਤੋਂ ਹੀ ਪਤਾ ਲੱਗ ਜਾਂਦਾ ਕਿ ਇਹ ਵਿਅਕਤੀ ਖੁਸ਼ ਹੈ ਜਾਂ ਕਿਵੇਂ ਹੈ। ਜੇ ਉਸਦੀ ਸਿਹਤ ਚੰਗੀ ਹੈ ਤਾਂ ਕਹਿੰਦੇ ਆ ਕਿ ਉਹ ਚੰਗੇ ਵਾਤਾਵਰਨ ਦੇ ਵਿੱਚ ਰਹਿ ਰਿਹਾ ਹੈ, ਪਰ ਜੇ ਉਸਦੀ ਸਿਹਤ ਚੰਗੀ ਨਹੀਂ ਹੈ ਤਾਂ ਪਤਾ ਲੱਗ ਜਾਵੇਗਾ ਕਿ ਉਹ ਸਾਫ਼ ਸੁਥਰੇ ਵਾਤਾਵਰਨ ਦੇ ਵਿੱਚ ਨਹੀਂ ਰਹਿ ਰਿਹਾ। ਕਹਿੰਦੇ ਚੰਗੀ ਸਿਹਤ ਵਾਸਤੇ ਸਿਹਤਮੰਦ ਵਾਤਾਵਰਨ ਬਹੁਤ ਜ਼ਰੂਰੀ ਹੈ। ਜੇ ਅਸੀਂ ਆਪਣੇ ਆਪ ਦੀ ਸਫਾਈ ਰੱਖੀਏ ਤਾਂ ਆਪਣੇ ਆਲੇ ਦੁਆਲੇ ਦੀ ਜਿਵੇਂ ਘਰ ਗਲੀ ਮੁਹੱਲਾ ਪਿੰਡ ਕਸਬਾ ਇਹਨਾਂ ਦੀ ਸਫਾਈ ਰੱਖੀ ਤਾਂ ਅਸੀਂ ਇੱਕ ਸਿਹਤਮੰਦ ਵਾਤਾਵਰਨ ਕਾਇਮ ਰੱਖਣ ਦੇ ਵਿੱਚ ਸਫਲ ਹੋ ਜਾਵਾਂਗੇ। ਜਿਵੇਂ ਅਸੀਂ ਸਕੂਲ ਦੀ ਸਫਾਈ ਕਰਕੇ ਕੂੜਾ ਕਰਕਟ ਦੂਰ ਸੁੱਟ ਕੇ ਕਮਰਿਆਂ ਦੀ ਰੋਜ਼ਾਨਾ ਸਫਾਈ ਕਰਕੇ ਆਪਣੀਆਂ ਕੁਰਸੀਆਂ ਟੇਬਲ ਸਾਫ਼ ਕਰਕੇ ਸਕੂਲ ਦੇ ਵਿੱਚ ਬੱਚਿਆਂ ਅਤੇ ਸਟਾਫ ਵਾਸਤੇ ਬਣਾਏ ਹੋਏ ਪਾਖਾਨਾ ਘਰ ਪਿਸ਼ਾਬ ਘਰ ਆਦਿ ਦੀ ਸਫਾਈ ਰੱਖ ਕੇ ਸਕੂਲ ਦੇ ਵਿੱਚ ਦਰਖਤ ਲਗਾ ਕੇ ਹੋਰ ਫੁੱਲ ਵਗੈਰਾ ਲਗਾ ਕੇ ਸਕੂਲ ਦਾ ਵਾਤਾਵਰਨ ਸਿਹਤਮੰਦ ਹੀ ਨਹੀਂ ਸਗੋਂ ਸੋਹਣਾ ਵੀ ਬਣਾਉਣ ਦੇ ਵਿੱਚ ਕੀ ਹੈ ਕਾਮਯਾਬ ਹੋ ਜਾਂਦੇ ਹਾਂ। ਕਹਿੰਦੇ ਇਸ ਤਰ੍ਹਾਂ ਹੀ ਸਾਨੂੰ ਆਪਣੇ ਸਾਰੇ ਸਮਾਜ ਦੇ ਵਿੱਚ ਵਾਤਾਵਰਨ ਨੂੰ ਸਿਹਤਮੰਦ ਬਣਾਉਣ ਦੇ ਲਈ ਉਸ ਵੱਲ ਵੀ ਕੀ ਹੈ ਚੋਖਾ ਮਤਲਬ ਵਧੀਆ ਧਿਆਨ ਦੇਣਾ ਚਾਹੀਦਾ ਹੈ। ਸਿਹਤਮੰਦ ਵਾਤਾਵਰਨ ਦੇ ਵਿੱਚ ਹੀ ਆਪਣੀ ਸਿਹਤ ਨੂੰ ਤੰਦਰੁਸਤ ਅਤੇ ਰੋਗ ਰੱਖ ਸਕਦੇ ਹਾਂ। ਇਸ ਲਈ ਸਿਹਤਮੰਦ ਵਾਤਾਵਰਨ ਹੀ ਸਿਹਤ ਦੇ ਮੁੱਖ ਖੇਤਰਾਂ ਦੇ ਵਿੱਚੋਂ ਇੱਕ ਹੈ। ਸੋ ਇਹ ਸੀ ਤੁਹਾਡਾ ਪਹਿਲਾ ਚੈਪਟਰ ਜੋ ਕਿ ਸੀਗਾ ਸਿਹਤ ਸਿੱਖਿਆ। ਇਸ ਨੂੰ ਸੁਣਨ ਤੋਂ ਬਾਅਦ ਸਾਰਿਆਂ ਨੇ ਜ਼ਰੂਰ ਪੜ੍ਹਨਾ ਆਪਣੀ ਆਪਣੀ ਬੁੱਕ ਦੇ ਵਿੱਚੋਂ, ਠੀਕ ਹੈ। ਅਤੇ ਉਮੀਦ ਹੈ ਕਿ ਤੁਹਾਨੂੰ ਸਮਝ ਆ ਗਈ ਹੋਊਗੀ। ਬਹੁਤ ਬਹੁਤ ਧੰਨਵਾਦ। ਥੈਂਕ ਯੂ ਵੈਰੀ ਮੱਚ।